सो भलियो मेरी तरफों मेरी फैमिली की तरफों ते नीदरलैंड की कलीसिया की तरफों सारे फेसबुक ते यूट्यूब ते कलाम सुनने वालों सलाम पहुंचे। यूट्यूब ते मेरे चैनल का नाम है रब दियां गल्लां पंजाबी चैनल है। साडा रब बड़ा सादा रब है। अमसल की किताब 8 बाब ते 8 ऐत नूं पढ़ लो तो लिखिया मिलता है। खुदा बड़ा सादा जिहा है ते सीधियां गल्लां करदा है ते उहदियां गल्लां च कोई टेढ़ा तुरछा कोई नहीं गा जिहड़ा साडी समझ दे विच ना आवे। समझ साडी दे विच हर गल आ जांदी है, पर असीं उन्हां गल्लां नूं रद्द कर दिंदे ते तरक कर दिंदे। ते यसाया 48 बाब ते 4 ऐत दे विच फिर लिखिया मिलदा, खुदा भी कहिंदा है कि मैं तेनूं जानना वां। खुदा भी मैनूं तुहानूं इहो ही गल फिर कहिंदा है कि मैं तुहानूं जानना वां। ते कहिंदा तुसीं जिद्दी हो, जिद्दी तुसीं जिद्दी हो, तुहाडी गर्दन दा पट्ठा कहिंदा लोहे दा है ते तुहाडी पछानी पित्तल दी। जिद विच आण के असी खुदा दे कलाम नूं रद्द कर दिंदे, तरक कर दिंदे और नुकसान दे विच जाने। ज़बूर 50 उसदी 22 ऐत दे विच खुदा दे कलाम दी आवाज़ है, खुदा नूं भुल्लण वालिओ, खुदा नूं भुल्लण वालिओ सोच लिओ, सोच लिओ। क्योंकि बाइबल दे विच लिखिया मिलदा है, वक्त नूं गनीमत जाणिओ। दिन बुरे नहीं, किसी ऐसे बुरे दिन नाल इशारा कर दिता गया है और वक्त के बारे कहा गया है, इसनूं गनीमत जान लिओ। वक्त फिर बंदे नूं वक्त नहीं हो दिंदा, फिर पछतावा हुंदा है। पर ज़बूर 50 ते 22 ऐत दे विच आवाज़ है, सोच लवो, सोच लवो। ते फिर लिखिया इस तरह ना होए कि मैं तुहानूं फाड़ डालां ते कोई छडाउण वाला ही ना होवे। जिन्हां झूठियां तंजीमां दे असीं पिछे लगे होए हैं ते वक्त ज़ाया करदे पए हां, हक दा होका नहीं लाउंदे, अपनी शनाखत नूं जाणदे ही नहीं। क्योंकि पहला तिमोथी 4 बाब 16 च लिखिया मिलदा है, बंदिया तू अपनी ते अपनी तालीम दी खबरदारी कर, होश कर, अपनी शनाखत कर। क्योंकि पहला कुरिन्थियों 6 बाब 20 ऐत च लिखिया है, तू कीमत दे नाल खरीदिया होया वां, तू कीमत दे नाल खरीदिया होया वां। अपने बदन तो मेरा जलाल ज़ाहर कर। खुदावंद मेरा तुहाडा बदन इस्तेमाल करना चाहुंदा है कि उसका जलाल साडी विचों नजर आवे। ते दस्सिया गया कि कीमत दे नाल तू खरीदिया होया वां।
ਇਸ ਕਰਕੇ ਹੋਸ਼ ਕਰੀਏ, ਆਪਣੀ ਤੇ ਆਪਣੀ ਤਾਲੀਮ ਦੀ ਪਹਿਲਾ ਤਿਮੋਥੀ 4:16 ਚ ਲਿਖਿਆ ਮਿਲਦਾ ਹੈ। ਆਪਣੀ ਸ਼ਨਾਖਤ ਕਰ ਕਿ ਮੈਨੂੰ ਕਿਸੇ ਤਨਜ਼ੀਮ ਨੇ ਖਰੀਦਿਆ, ਕਿਸੇ ਝੂਠੇ ਅੰਬੋ ਗਰੋ ਡਿਨਾਮੀਨੇਸ਼ਨ ਟੋਲੇ ਨੇ ਖਰੀਦਿਆ, ਮੈਨੂੰ ਤਾਂ ਖੁਦਾਵੰਦ ਯਿਸੂ ਮਸੀਹ ਨੇ ਖਰੀਦਿਆ ਔਰ ਉਹ ਮੇਰਾ ਬਦਨ ਆਪਣੇ ਜਲਾਲ ਲਈ ਇਸਤੇਮਾਲ ਕਰਨਾ ਚਾਹੁੰਦਾ ਹੈ। ਆਪਣੀ ਕਦਰ ਜਾਣੀਏ। ਉਹ ਨਜਾਤ ਦਹਿੰਦਾ ਜਿਸ ਨੇ ਸਾਨੂੰ ਖਰੀਦਿਆ, ਉਹ ਨਜਾਤ ਦਹਿੰਦਾ ਤੁਹਾਡੇ ਵਸੀਲੇ ਦੁਨੀਆ ਨੂੰ ਨਜਾਤ ਦੇਣਾ ਚਾਹੁੰਦਾ ਹੈ। ਪਰ ਇਹ ਉਦੋਂ ਹੋਵੇਗਾ ਜਿਸ ਵੇਲੇ ਕੋਈ ਬੰਦਾ ਆਪਣੀ ਤੇ ਆਪਣੀ ਤਾਲੀਮ ਦੀ, ਉਸਦੀ ਤਾਲੀਮ ਕਿਹੜੀ ਹੈ, ਉਸਦੀ ਤਾਲੀਮ ਬਾਈਬਲ ਹੈ, ਅੰਜੀਲ ਹੈ, ਖਬਰਦਾਰੀ ਕਰੇਗਾ ਤੇ ਫਿਰ ਲਿਖਿਆ ਉਸ ਦੇ ਉੱਤੇ ਕਾਇਮ ਵੀ ਰਹੇਗਾ। ਇਹ ਨਹੀਂ ਕਿ ਮੈਂ ਬਾਈਬਲ ਨੂੰ ਮੰਨਣਾ ਤੇ ਕਰਦਾ ਰੱਦ ਤੇ ਤਰਕ ਤੇ ਮੰਨਦਾ ਝੂਠੀਆਂ ਤਨਜ਼ੀਮਾਂ ਨੂੰ, ਜਿਨ੍ਹਾਂ ਦੇ ਬਾਰੇ ਰੋਮੀਓ 16:17 ਦੇ ਵਿੱਚ ਆਖਿਆ ਗਿਆ ਹੈ ਕਿ ਜਿਹੜੇ ਲੋਕ ਇਸ ਤਾਲੀਮ ਦੇ ਵਿੱਚ ਫੁੱਟ ਪਾਉਂਦੇ ਨੇ, ਜਿਹੜੇ ਲੋਕ ਇਸ ਤਾਲੀਮ ਦੇ ਵਿੱਚ ਫੁੱਟ ਪਾਉਂਦੇ ਨੇ, ਉਹਨਾਂ ਨੂੰ ਤਾੜ ਦਿਆ ਕਰੋ, ਉਹਨਾਂ ਨੂੰ ਤਾੜ ਦਿਆ ਕਰੋ ਤੇ ਉਹਨਾਂ ਤੋਂ ਕਿਨਾਰਾ ਕਰਿਆ ਕਰੋ, ਕਿਨਾਰਾ। ਖੁਦਾ ਦਾ ਬੰਦਾ ਯਹੋਨਾ ਨੇ 3 ਖਤ ਲਿਖੇ ਨੇ। ਮੈਂ ਖਤਾਂ ਦੀ ਗੱਲ ਕਰਨਾ ਹੈ। ਯਹੋਨਾ ਦੇ 3 ਖਤ ਨੇ। ਦੂਸਰਾ ਖਤ ਇੱਕੋ ਬਾਬ ਹੈ। ਜਿਸ ਵੇਲੇ 8 ਕਹਿ ਤੋਂ ਪੜ੍ਹਦੇ ਹਾਂ ਤੇ ਲਿਖਿਆ ਮਿਲਦਾ ਹੈ, ਜਿਹੜਾ ਕੋਈ ਅੱਗੇ ਵਧ ਜਾਂਦਾ ਹੈ ਤੇ ਮਸੀਹ ਦੀ ਤਾਲੀਮ ਐਵੇਂ ਨੇ ਆਖਿਆ, ਤੂੰ ਆਪਣੀ ਪਹਿਲਾ ਤਿਮੋਥੀ 4:16 ਤੂੰ ਆਪਣੀ ਤੇ ਆਪਣੀ ਤਾਲੀਮ ਦੀ ਖਬਰਦਾਰੀ ਕਰ। ਔਰ ਯਹੋਨਾ ਦੇ ਖਤ 'ਚ ਵੀ ਲਿਖਿਆ ਮਿਲਦਾ ਹੈ, ਜਿਹੜਾ ਕੋਈ ਅੱਗੇ ਵੱਧ ਜਾਂਦਾ ਹੈ ਔਰ ਮਸੀਹ ਦੀ ਤਾਲੀਮ ਉੱਤੇ ਕਾਇਮ ਨਹੀਂ ਰਹਿੰਦਾ, ਮਸੀਹ ਦੀ ਤਾਲੀਮ ਉੱਤੇ, ਉਹਦੇ ਕੋਲ ਨਾ ਬਾਪ ਹੈ ਨਾ ਬੇਟਾ ਹੈ। ਤੇ ਅਗਰ ਕੋਈ ਆਵੇ ਜਿਹੜੀ ਬਾਈਬਲ ਦੀ ਤਾਲੀਮ ਹੈ ਇਹ ਨਾ ਦਵੇ, ਨਾ ਉਹਨੂੰ ਘਰ 'ਚ ਵਾੜਿਓ, ਨਾ ਉਹਨੂੰ ਸਲਾਮ ਕਰਿਓ, ਕਿਉਂਕਿ ਐਸੇ ਬੰਦੇ ਨੂੰ ਜਿਸ ਵੇਲੇ ਘਰ 'ਚ ਕੋਈ ਵਾੜਦਾ ਹੈ ਤੇ ਤੀਤਸ ਦਾ ਖਤ ਪਹਿਲਾ ਬਾਬ 10-11 ਨੂੰ ਪੜ੍ਹੋ, ਕਿ ਲਿਖਿਆ ਬਹੁਤ ਸਾਰੇ ਲੋਕ ਸਰਕਸ਼ ਨੇ, ਬਹੁਦਾਗੋ ਨੇ ਤੇ ਦਗਾਬਾਜ਼ ਨੇ, ਖਾਸ ਕਰ ਮਖਤੂਨਾਂ ਦੇ ਵਿੱਚੋਂ ਜਿਹੜੇ ਬਾਈਬਲ ਚੁੱਕ ਕੇ ਆਉਂਦੇ ਨੇ ਤੇ ਜਿਨ੍ਹਾਂ ਤੇ ਅਸੀਂ ਢਾਏ ਚੜ੍ਹ ਜਾਂਦੇ ਹਾਂ। ਹਾਲਾਂਕਿ ਹੱਕ ਬਣਦਾ ਹੈ, ਹਿਜ਼ਕੀਲ 13:19 ਤੋਂ 21 ਤੱਕ ਪੜ੍ਹੋ। ਜਿਹੜੇ ਲੋਕ ਬੁਰਕਿਆਂ ਦੇ ਵਿੱਚ ਛੁਪੇ ਹੋਏ ਨੇ, ਬੁਰਕਿਆਂ ਦੇ ਅਚੋਲਿਆਂ 'ਚ, ਤੇ ਮੁੱਠੀ ਭਰ ਜਾਵਾਂ ਤੇ ਰੋਟੀ ਦੇ ਟੁਕੜਿਆਂ ਵਾਸਤੇ ਕੀਮਤੀ ਜਾਨਾਂ ਦਾ ਸ਼ਿਕਾਰ ਕਰਦੇ ਨੇ, ਤੇ ਲਿਖਿਆ ਉਹਨਾਂ ਦੇ ਤੇ ਬੁਰਕੇ ਪਾੜ ਦਿਓ। ਬਈ ਕਿਵੇਂ ਬੁਰਕੇ ਪਾੜਦੇ ਨੇ? ਇਹ ਨਹੀਂ ਕਿ ਉਹਨਾਂ ਦੇ ਬੁਰਕੇ ਨੂੰ ਹੱਥ ਪਾ ਲੈਣਾ, ਚੋਗੇ ਨੂੰ ਨਹੀਂ, ਬਾਈਬਲ ਕੱਢ ਕੇ ਹਵਾਲੇ ਜਾਤ ਨਾਲ ਉਹਨਾਂ ਨਾਲ ਗੱਲ ਕਰਨੀ, ਕਿਉਂਕਿ ਉਹ ਬੁਰਾ ਕੰਮ ਕਰਦਾ। ਯਹੋਨਾ ਦੇ ਖਤ ਦੇ ਵਿੱਚ ਲਿਖਿਆ ਨਾ, ਇਹੋ ਜਿਹੇ ਬੰਦੇ ਨੂੰ ਘਰ ਵੜਨ ਦਿਓ, ਨਾ ਸਲਾਮ ਕਰਿਓ, ਕਿਉਂਕਿ ਇਹ ਬੁਰਾ ਕੰਮ ਕਰਦਾ ਹੈ ਤੇ ਇਹਦੇ ਬੁਰੇ ਕੰਮਾਂ ਦੇ ਵਿੱਚ ਸ਼ਰੀਕ ਨਾ ਹੋਇਓ, ਬਲਕਿ ਆਪਣੇ ਬੱਚੇ ਬਚਾਇਓ ਤੇ ਇਹਨਾਂ ਕੋ ਬਪਤਿਸਮੇ ਨਾ ਦਵਾ ਲਿਓ।
ਤੇ ਆਪਣੇ ਬੱਚਿਆਂ ਨੂੰ ਮੁਜਰਮ ਨਾ ਬਣਾ ਲਿਓ, ਕਿਉਂਕਿ ਯਹੋਨਾ ਦੀ ਅੰਜੀਲ ਜਿਹੜੀ ਮੇਰੀ ਤੇ ਤੁਹਾਡੀ ਤਾਲੀਮ ਹੈ, ਸੌਰੀ ਮਰਕਜ਼ ਦੀ ਅੰਜੀਲ 'ਚ 16 ਬਾਬ 16 ਐਤ ਨੂੰ ਪੜ੍ਹ ਲਓ। ਸਾਡਾ ਖੁਦਾਵੰਦ ਯਿਸੂ ਮਸੀਹ ਸਾਨੂੰ ਨਜਾਤ ਦੇਣਾ ਚਾਹੁੰਦਾ ਹੈ, ਤੇ ਉਹ ਕਹਿੰਦਾ ਜਿਹੜਾ ਈਮਾਨ ਲਿਆਵੇ ਉਹ ਬਪਤਿਸਮਾ ਲੈ ਲਵੇ। ਅਸੀਂ ਕਹਿੰਦੇ ਅਸੀਂ ਈਮਾਨ ਤਾਂ ਲਿਆਉਂਦੇ ਹਾਂ, ਬਈ ਬਪਤਿਸਮਾ ਉਹ ਕਹਿੰਦਾ ਲੈ, ਨਹੀਂ ਇਹ ਕੰਮ ਨਹੀਂ ਕਰਨਾ, ਤੇ ਉਹ ਬੰਦਾ ਨਜਾਤ ਪਾਵੇਗਾ। ਇਹ ਵਾਦਾ ਕਿਸੇ ਇਨਸਾਨ ਦਾ ਨੀਗਾ, ਖੁਦਾਵੰਦ ਯਿਸੂ ਮਸੀਹ ਨੇ ਆਖਿਆ। ਉਹ ਨਜਾਤ ਪਾਏਗਾ ਜਿਹੜਾ ਈਮਾਨ ਨਾ ਲਿਆਵੇ, ਉਹ ਮੁਜਰਮ ਠਹਿਰਾਇਆ ਜਾਏਗਾ। ਬੱਚਾ ਈਮਾਨ ਨਹੀਂ ਲਿਆਉਂਦਾ, ਉਹਨੂੰ ਮੁਜਰਮ ਨਾ ਬਣਾਈ। ਉਹਨੇ ਆਖਿਆ ਈਮਾਨ ਲਿਆਉਣ ਵਾਲਿਆਂ ਦਰਮਿਆਨ ਮੋਹਸੇ ਹੋਣਗੇ ਤੇ ਹੁੰਦੇ ਪਏ ਨਹੀਂ। ਇਸ ਕਰਕੇ ਸਾਡੀ ਤਾਲੀਮ ਵਿੱਚ ਤੇ ਇਹੋ ਹੀ ਲਿਖਿਆ ਹੈ, ਜਿਸ ਦੇ ਬਾਰੇ ਦੂਸਰਾ ਪਹਿਲਾ ਤਿਮੋਥੀ 4 ਬਾਬ 16 'ਚ ਲਿਖਿਆ, ਤੂੰ ਆਪਣੀ ਤੇ ਆਪਣੀ ਤਾਲੀਮ ਦੀ ਖਬਰਦਾਰੀ ਕਰ ਤੇ ਉਸੇ ਤੇ ਕਾਇਮ ਰਹਿ ਜਿਹੜੀ ਤੇਰੀ ਤਾਲੀਮ ਹੈ, ਜਿਸ ਨੂੰ ਤੂੰ ਰੱਦ ਕਰਨਾ ਹੈ, ਜਿਸ ਨੂੰ ਤੂੰ ਤਰਕ ਕਰਨਾ ਹੈ। ਔਰ ਝੂਠੇ ਲੋਕਾਂ ਦੇ ਝੂਠੀਆਂ ਤਨਜ਼ੀਮਾਂ ਦੇ ਪਿੱਛੇ ਜਾ ਕੇ ਤੇ ਉਹ ਗੱਲਾਂ ਤੇਰੇ ਤੇ ਪੂਰੀਆਂ ਉਤਰਦੀਆਂ ਨੇ ਜਿਹੜੀਆਂ ਨਬੀ ਦੀ ਮਾਰਫਤ ਕਿਹਾ ਗਿਆ ਸੀਗਾ ਕਿ ਇਹ ਲੋਕ ਹੋਂਠਾਂ ਤੋਂ ਤਜ਼ੀਮ ਕਰਦੇ ਨੇ, ਇਹਨਾਂ ਦਾ ਦਿਲ ਦੂਰੇ, ਦਿਲੋਂ ਨਹੀਂ ਤਸਲੀਮ ਕਰਦੇ ਤਾਲੀਮ ਨੂੰ। ਇਹ ਗੱਲ ਖੁਦਾਵੰਦ ਯਿਸੂ ਮਸੀਹ ਨੇ ਮਰਕਜ਼ ਦੀ ਅੰਜੀਲ 7 ਬਾਬ 6 ਐਤ ਤੋਂ 9 ਐਤ ਤੱਕ ਪੜ੍ਹੋ। ਉਹਨੇ ਯਸਾਇਆ ਨਬੀ ਦੀ ਗੱਲ ਸੁਣਾਈ ਤੇ ਆਖਿਆ, ਬੰਦਿਓ ਤੁਹਾਡੀ ਪ੍ਰਸਤਿਸ਼ ਬੇਫਾਇਦਾ ਹੈ। ਕਿਉਂ ਬੇਫਾਇਦਾ ਹੈ? ਕਿਉਂਕਿ ਤੁਸੀਂ ਖੁਦਾ ਦੇ ਕਲਾਮ ਨੂੰ ਰੱਦ ਕਰਦੇ ਹੋ, ਤਰਕ ਕਰਦੇ ਹੋ, ਇਨਸਾਨਾਂ ਦੀ ਤਾਲੀਮ ਨੂੰ ਅਵਲ ਦਰਜਾ ਦਿੰਦੇ ਹੋ ਕਿ ਇਹ ਠੀਕ ਹੈ। ਹਾਲਾਂਕਿ ਜ਼ਬੂਰ 74 ਉਹਦੀ 4 ਐਤ ਦੇ ਵਿੱਚ ਲਿਖਿਆ ਮਿਲਦਾ ਹੈ ਕਿ ਤੇਰੇ ਮਜਮੇ 'ਚ ਤੇਰੇ ਮੁਖਾਲਫ ਗਰਜਦੇ ਪਏ ਨੇ, ਤੇ ਨਿਸ਼ਾਨ ਲਈ ਉਹਨਾਂ ਆਪਣੇ ਝੰਡੇ, ਆਪਣੀਆਂ ਤਾਲੀਮਾਂ, ਆਪਣੇ ਝੰਡੇ ਖੜੇ ਕਰ ਲਏ ਨੇ। ਆਓ ਅੱਜ ਮੌਕਾ ਹੈ, ਯਿਸੂ ਨਾਸਰੀ ਦਾ ਝੰਡਾ ਹੈ, ਜਿਹੜਾ ਈਮਾਨ ਲਿਆਵੇ ਉਹ ਬਪਤਿਸਮਾ ਲਵੇ। ਅਸੀਂ ਕਹਿੰਦੇ ਨਹੀਂ ਜੀ, ਅਸੀਂ ਉਹਨਾਂ ਨੂੰ ਬਪਤਿਸਮਾ ਦਵਾਉਣਾ ਜਿਹੜਾ ਈਮਾਨ ਨਹੀਂ ਲਿਆਉਂਦਾ ਔਰ ਕਰਨੀ ਤੇਰੀਆਂ ਗੱਲਾਂ ਦੀ ਮੁਖਾਲਫਤ ਤੇ। ਪਹਿਲਾ ਤਿਮੋਥੀ 4 ਬਾਬ 16 ਦੀ ਗੱਲ ਹੋ ਰਹੀ ਸੀ ਕਿ ਬੰਦਿਆ ਤੂੰ ਆਪਣੀ ਤੇ ਆਪਣੀ ਤਾਲੀਮ ਦੀ ਖਬਰਗੀਰੀ ਕਰ ਔਰ ਉਸ ਤਾਲੀਮ ਉੱਤੇ ਕਾਇਮ ਰਹਿ, ਉਸ ਤਾਲੀਮ ਉੱਤੇ ਕਾਇਮ ਰਹਿ ਜਿਹੜੀ ਤੇਰੀ ਤਾਲੀਮ ਹੈ। ਫਿਰ ਤੂੰ ਆਪਣੀ ਤੇ ਆਪਣੇ ਸੁਣਨ ਵਾਲਿਆਂ ਦੀ, ਜਿਨ੍ਹਾਂ ਨੂੰ ਅੱਗੇ ਤੂੰ ਸੁਣਾਵੇਂਗਾ, ਨਜਾਤ ਦਾ ਬਾਇਸ ਬਣੇਗਾ। ਉਹ ਨਜਾਤ ਦਹਿੰਦਾ, ਤੇਰੇ ਵਸੀਲੇ ਲੋਕ ਨਜਾਤ ਪਾਉਣਗੇ। ਮੇਰੀ ਇੱਕ ਫੌਜੀ ਅਫਸਰ ਦੇ ਨਾਲ ਰਿਟਾਇਰ ਹੋ ਕੇ ਆਇਆ ਤੇ ਗੁਫ਼ਤਗੂ ਹੋ ਰਹੀ ਸੀ, ਤੋਬਾ ਤੇ ਬਪਤਿਸਮੇ ਤੇ ਗੱਲ ਹੋਈ। ਉਹ ਮੈਨੂੰ ਕਹਿੰਦਾ, ਪਾਰੀ ਸਾਹਿਬ ਮੈਂ ਖੁਦਾਵੰਦ ਦਾ ਸ਼ੁਕਰ ਕਰਨਾ ਉਹਨੇ ਕੋਈ ਕਿਸੇ ਦਰਿਆ ਦਾ ਨਾਂ ਲਿਆ, ਕਿਉਂਕਿ ਪਾਕਿਸਤਾਨ ਦੇ ਵਿੱਚ ਛੋਟੇ ਛੋਟੇ ਦਰਿਆ ਵੀ ਬਥੇਰੇ ਨੇ, ਡਾਇਮ ਬਥੇਰੇ ਨੇ। ਉਹਨੇ ਕਿਸ ਦਾ ਨਾਂ ਲਿਆ ਕਿ ਮੈਂ ਉਸ ਜਗ੍ਹਾ ਤੇ ਸੀਗਾ ਜਿਸ ਵੇਲੇ ਮੈਂ ਤੋਬਾ ਕੀਤੀ, ਮੈਂ ਬਪਤਿਸਮਾ ਲਿਆ, ਮੈਨੂੰ ਕਿਸੇ ਖਾਦਮ ਨੇ ਕਲਾਮ ਸੁਣਾਇਆ ਤੇ ਮਾਲਕ ਦਾ ਸ਼ੁਕਰ ਹੈ ਕਿ ਮੈਂ ਬਚ ਜਾਵਾਂਗਾ। ਮੈਂ ਕਿ ਤੈਨੂੰ ਯਕੀਨ ਹੈ ਕਿ ਤੂੰ ਬਚ ਜਾਵੇਂਗਾ? ਆਖੇ ਹਾਂਜੀ ਹਾਂਜੀ, ਮੈਂ ਤੋਬਾ ਕੀਤੀ ਔਰ ਤੋਬਾ ਕਰਕੇ ਮੈਂ ਬਪਤਿਸਮਾ ਲਿਆ। ਮੈਂ ਕਿ ਬਾਈਬਲ ਤੇ ਕਹਿੰਦੀ ਹੈ ਕਿ ਤੂੰ ਨਹੀਂ ਬਚੇਗਾ। ਆਏ ਜੀ ਕਿਵੇਂ? ਮੈਂ ਹਵਾਲਾ ਕੱਢ ਕੇ ਦਿੱਤਾ। ਮੈਂ ਕਿਹਾ ਲਿਖਿਆ ਮਿਲਦਾ, ਇੱਕ ਬੰਦਾ ਦੂਰ ਦਰਾਡੇ ਮੁਲਕ ਨੂੰ ਗਿਆ ਤੇ ਉਹ ਵਾਪਸ ਆਇਆ, ਤੇ ਜਿਸ ਵੇਲੇ ਵਾਪਸ ਆਇਆ ਤੇ ਉਹਨੇ ਫਿਰ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਤੋੜੇ ਦੇ ਕੇ ਗਿਆ ਸੀ, ਜਿਨ੍ਹਾਂ ਨੂੰ ਅਸ਼ਰਫੀਆਂ ਦੇ ਕੇ ਗਿਆ ਸੀ, ਉਹਨਾਂ ਕੋਲ ਹਿਸਾਬ ਮੰਗਿਆ
ਇੱਕ ਨੂੰ 5 ਦਿੱਤੇ ਸੀ ਤੇ 5 ਵਾਲੇ ਨੇ ਆਖਿਆ ਜੀ ਮੈਂ ਤੇ 5 ਨਾਲ 5 ਕਮਾ ਲਿਆ। ਮਾਲਕ ਨੇ ਆਖਿਆ ਸ਼ਾਬਾਸ਼, ਤੂੰ ਬੜਾ ਦਿਆਨਤਦਾਰ ਬੰਦਾ ਹੈ, ਤੂੰ 10 ਸ਼ਹਿਰਾਂ ਤੇ ਮੁਖਤਾਰੀ। 2 ਵਾਲੇ ਨੂੰ ਬੁਲਾਇਆ, ਉਹਨੇ ਆਖਿਆ ਜੀ ਮੈਂ ਤੁਹਾਡੇ 2 ਨਾਲ 2 ਕਮਾ ਲਏ। ਇੱਕ ਵਾਲੇ ਨੂੰ ਪੁੱਛਿਆ ਤੂੰ ਕੀ ਕੀਤਾ? ਮੈਂ ਰੁਮਾਲ ਚ ਬੰਨਿਆ ਤੇ ਦਬਾਤਾ। ਆਖਿਆ ਇਹਦੇ ਕੋਲ ਲੈ ਲਓ, 10 ਵਾਲੇ ਨੂੰ ਦੇ ਦਿਓ। ਜਿਹਨੇ 5 ਨਾਲ 5 ਕਮਾ ਲਏ ਉਹਦੇ ਕੋਲ 10 ਹੋ ਗਏ। ਇਹਨੂੰ ਉੱਥੇ ਛੱਡ ਦਿਓ ਜਿੱਥੇ ਰੋਣਾ ਤੇ ਦੰਦਾਂ ਦਾ ਪੀਸਣਾ ਹੈ। ਮੈਂ ਕਿ ਬਚ ਜਾਵੇਂਗਾ ਜੇ ਗੱਲ ਅੱਗੇ ਹਕੀਕਤ ਨੂੰ ਨਹੀਂ ਫੈਲਾਇਆ। ਖੁਦਾ ਦੇ ਕਲਾਮ ਨੂੰ ਜ਼ਰਾ ਅਸੀਂ ਵੇਖਨੇ। ਪਹਿਲਾ ਸੈਮੂਅਲ ਉਸਦਾ 2 ਬਾਬ, ਪਹਿਲਾ ਸੈਮੂਅਲ ਉਸਦਾ 2 ਬਾਬ ਲਿਖਿਆ। ਹੰਨਾ ਨੇ ਦੁਆ ਕੀਤੀ ਤੇ ਕਿਹਾ ਮੇਰਾ ਦਿਲ ਖੁਦਾਵੰਦ ਦੇ ਵਿੱਚ ਮਗਨ ਹੈ, ਮੇਰਾ ਦਿਲ ਖੁਦਾਵੰਦ ਦੇ ਵਿੱਚ ਮਗਨ ਹੈ, ਮੇਰਾ ਸਿੰਘ ਖੁਦਾਵੰਦ ਦੇ ਤੁਫੈਲ ਉੱਚਾ ਹੋਇਆ। ਮੇਰਾ ਮੂੰਹ ਮੇਰੇ ਦੁਸ਼ਮਣਾਂ ਉੱਤੇ ਖੁੱਲ ਗਿਆ ਕਿਉਂਕਿ ਮੈਂ ਤੇਰੀ ਨਜਾਤ ਤੋਂ ਖੁਸ਼ ਹਾਂ। ਉਹਨੇ ਕਿਸ ਤਰ੍ਹਾਂ ਲੋਕਾਂ ਦੇ ਤਾਨਿਆਂ ਮਿਹਣਿਆਂ ਤੋਂ ਨਜਾਤ ਪਾਈ ਜਿਸ ਲਈ ਖੁਦਾ ਨੇ ਉਹਨੂੰ ਬੱਚਾ ਦਿੱਤਾ। ਖੁਦਾ ਨੇ ਉਹਨੂੰ ਸੈਮੂਅਲ ਦਿੱਤਾ। ਸੋ ਭਲਿਓ ਗਜ਼ਰੋ ਗਜ਼ਲਾ 2 ਬਾਬ 6 ਬਾਬ 6 ਚ ਲਿਖਿਆ ਤੇਰੇ ਦੰਦ ਗੱਲੇ ਭੇਡਾਂ ਦੇ ਗੱਲੇ ਦੀ ਮਾਨਦ ਹੋਣ ਜਿਨ੍ਹਾਂ ਨੂੰ ਗੁਸਲ ਦਿੱਤਾ ਗਿਆ ਹੋਵੇ, ਜਿਨ੍ਹਾਂ ਦੇ ਵਿੱਚੋਂ ਇੱਕ ਵੀ ਬਾਂਝ ਨਾ ਹੋਵੇ। ਉਹਨੇ 2 ਬੱਚੇ ਦਿੱਤੇ, ਹੁਣ 2 ਬੱਚੇ। ਅਗਰ ਕਲੀਸਿਆਈ ਕੰਮ, ਕਲੀਸਿਆ ਮਸੀਹ ਦਾ ਬਦਨ ਹੈ, ਕਿੰਨੇ ਬੱਚੇ ਹੈ ਜੀ? 7 ਬੱਚੇ ਜੀ, 8 ਬੱਚੇ। ਰੂਹਾਨੀ ਤੌਰ ਉੱਤੇ ਬੱਚੇ ਨਹੀਂ ਪੈਦਾ ਹੋਏ ਤੇ ਅਸੀਂ ਬਾਂਝ ਭੇਡ, ਬਾਂਝ ਭੇਡ। ਕਿਉਂਕਿ ਅਸੀਂ ਅੱਗੇ ਖੁਦਾਵੰਦ ਦੇ ਕਲਾਮ ਨੂੰ ਫੈਲਾਇਆ ਹੀ ਨਹੀਂ। ਅਸੀਂ ਆਪਣੀ ਸ਼ਨਾਖਤ ਨਹੀਂ ਕੀਤੀ, ਆਪਣੀ ਤਾਲੀਮ ਦੀ ਸ਼ਨਾਖਤ ਨਹੀਂ ਕੀਤੀ, ਨਾ ਉਹਦੇ ਤੇ ਕਾਇਮ ਰਹੇ। ਅਗਰ ਕਾਇਮ ਰਹਿੰਦੇ ਤੇ ਲਿਖਿਆ ਆਪਣੀ ਵੀ ਤੇ ਆਪਣੇ ਸੁਣਨ ਵਾਲਿਆਂ ਤੇ, ਜਿਨ੍ਹਾਂ ਨੂੰ ਅੱਗੇ ਸੁਣਾ ਲੈਂਦੇ, ਰੂਹਾਨੀ ਤੌਰ ਤੇ ਸਾਡੇ ਵਿੱਚੋਂ ਬੱਚੇ ਪੈਦਾ ਹੁੰਦੇ, ਸਾਡੇ ਵਸੀਲੇ ਲੋਕ ਨਜਾਤ ਪਾਉਂਦੇ। ਉਹਦਾ ਸਿੰਘ ਉਦੋਂ ਉੱਚਾ ਹੋਇਆ ਸੀ ਜਦੋਂ ਖੁਦਾ ਨੇ ਉਹਨੂੰ ਬੱਚਾ ਦਿੱਤਾ। ਅਗਰ ਅਸੀਂ ਰੂਹਾਨੀ ਤੌਰ ਤੇ ਨਹੀਂ ਫੜਦੇ, ਪਹਿਲਾ ਕਰੰਥੀਓ 15 ਬਾਬ 58 ਦੇ ਵਿੱਚ ਆਵਾਜ਼ ਹੈ ਕਿ ਭਰਾਵੋ ਸਾਬਤ ਕਦਮ ਹੋ ਜਾਓ, ਸਾਬਤ ਕਦਮ ਤੇ ਕਾਇਮ ਹੋ ਜਾਓ ਤੇ ਰੱਬ ਦੇ ਕੰਮ 'ਚ ਨਹੀਂ ਜੀ। ਸਾਡਾ ਤੇ ਆਪਣਾ ਹੀ ਇੰਨਾ ਕੰਮ ਆ, ਸਾਨੂੰ ਵੇਲ ਨਹੀਂ ਜੀ ਲੱਗਦਾ। ਸੁਬਾਹ ਤੋਂ ਜਾਈਦਾ, ਰਾਤ ਨੂੰ ਆਈਦਾ ਜੀ ਦਫ਼ਤਰੋਂ। ਸੋ ਬਾਈਬਲ ਦੇ ਵਿੱਚ ਜ਼ਿਕਰ ਮਿਲਦਾ ਹੈ ਬੰਦਿਆ, ਖਬਰਦਾਰ ਤੁਹਾਡੇ ਦਿਲ ਖਮਾਰ ਤੇ ਨਸ਼ਾਬਾਜ਼ੀ ਤੇ ਜ਼ਿੰਦਗੀ ਦੀਆਂ ਫਿਕਰਾਂ ਦੇ ਨਾਲ ਲਿਖਿਆ ਏ ਸੁਸਤ ਨਾ ਹੋ ਜਾਣ ਤੇ ਉਹ ਦਿਨ ਤੁਹਾਡੇ ਉੱਤੇ ਨਾਗਹਾਂ ਫੰਦੇ ਦੀ ਤਰ੍ਹਾਂ ਨਾ ਪਵੇ। ਕਿਸ ਤਰ੍ਹਾਂ ਜੀ? ਲਿਖਿਆ ਹੈ ਖਮਾਰ। ਖੁਦਾਵੰਦ ਅਸੀਂ ਤੇ ਕਦੀ ਕਿਸੇ ਨੂੰ ਇਹ ਨਹੀਂ ਆਪਣੇ ਤੋਂ ਨੀਵਾਂ ਸਮਝੇ ਤੇ ਹਰ ਇੱਕ ਦੀ ਇੱਜ਼ਤ ਕਰਨੇ ਆ। ਖੁਦਾ ਕਹੇਗਾ ਹਾਂ ਠੀਕ ਆ। ਨਸ਼ਾਬਾਜ਼ੀ
ਨੇ ਜਿਹਨੇ ਅਸੀਂ ਕਦੀ ਵੀ ਕੋਈ ਨਸ਼ਾ ਹੀ ਨਹੀਂ ਕੀਤਾ, ਖੁਦਾ ਮੰਨ ਲੂ। ਤੀਸਰੀ ਗੱਲ ਦੇ ਵਿੱਚ ਕਾਬੂ ਆ ਜਾਣਗੇ, ਜ਼ਿੰਦਗੀ ਦੀਆਂ ਫਿਕਰਾਂ। ਰੂਹ ਦੀ ਫਿਕਰ ਹੀ ਨਾ ਕੀਤੀ, ਕਿਉਂਕਿ ਪਹਿਲਾ ਪਤਰਸ ਪਹਿਲਾ ਹੀ ਬਾਪ 9 ਚ ਲਿਖਿਆ, ਸਾਡੇ ਈਮਾਨ ਦਾ ਮਕਸਦ ਰੂਹਾਂ ਦੀ ਨਿਜਾਤ ਤੇ ਰੂਹਾਂ ਬਚਾਉਣੀਆਂ, ਦੁਨੀਆ ਦਾ ਮਾਲ ਨਹੀਂ। ਕਿਉਂਕਿ ਮਰਕਸ ਦੀ ਅੰਜੀਲ ਉਸਦਾ 8 ਬਾਬ 36 ਐਤ ਨੂੰ ਪੜ੍ਹੀਏ ਤੇ ਲਿਖਿਆ ਮਿਲਦਾ ਹੈ, ਬੰਦਿਆ ਅਗਰ ਤੂੰ ਸਾਰੀ ਦੁਨੀਆ ਵੀ ਹਾਸਲ ਕਰ ਲਵੇਂ, ਅਗਰ ਤੂੰ ਸਾਰੀ ਦੁਨੀਆ ਵੀ ਹਾਸਲ ਕਰ ਲਵੇਂ ਤੇ ਜੇਕਰ ਤੂੰ ਆਪਣੀ ਜਾਨ ਦਾ ਨੁਕਸਾਨ ਉਠਾ ਲਿਆ ਤੇ ਇਹਨੂੰ ਕੀ ਫਾਇਦਾ ਹੈ? ਤੂੰ ਆਪਣੀ ਜਾਨ ਹੀ ਨਾ ਬਚਾ ਸਕੇ, ਤੇਰੇ ਫੰਦਾ ਪੈ ਗਿਆ। ਕਿਉਂਕਿ ਬਾਈਬਲ ਦੇ ਵਿੱਚ ਜ਼ਿਕਰ ਮਿਲਦਾ ਹੈ, ਖਬਰਦਾਰ ਤੁਹਾਡੇ ਦਿਲ ਖਮਾਰ ਤੇ ਨਸ਼ਾਬਾਜ਼ੀ ਤੇ ਜ਼ਿੰਦਗੀ ਦੀਆਂ ਫਿਕਰਾਂ ਦੇ ਨਾਲ ਸੁਸਤ ਨਾ ਹੋ ਜਾਣ। ਤੇ ਲਿਖਿਆ, ਉਹ ਦਿਨ ਤੁਹਾਡੇ ਉੱਤੇ ਨਾਗਹਾਂ ਫੰਦੇ ਦੀ ਤਰ੍ਹਾਂ ਅਚਾਨਕ ਦਬੋਚੇ ਜਾਈਏ। ਬਈ ਅੰਜੀਲ ਸੁਣਾਈ ਨਹੀਂ ਜੀ, ਨਹੀਂ ਟਾਈਮ ਹੀ ਨਹੀਂ ਲੱਗਾ, ਫਿਰ ਕੀ ਬਣੇਗਾ? ਉਹ ਕੋਈ ਰੂਹ ਬਚਾਈ, ਆਪਣੀ ਨਹੀਂ ਬਚਾ ਸਕੇ, ਕੰਮਾਂ 'ਚ ਹੀ ਲੱਗੇ ਰਹੇ ਤੇ ਫਾਹਾ ਪੈ ਗਿਆ। ਤੇ ਅੱਜ ਮੌਕਾ ਹੈ, ਵਕਤ ਨੂੰ ਜ਼ਾਇਆ ਕੀਤੇ ਆ। ਇਹ ਕੋਈ ਬਾਈਬਲ 'ਚ ਜ਼ਿਕਰ ਮਿਲਦਾ ਹੈ, ਅਯੂਬ ਦੀ ਕਿਤਾਬ 14 ਬਾਬ ਨੂੰ ਪੜ੍ਹੋ। ਇਨਸਾਨ ਜਿਹੜਾ ਔਰਤ ਤੋਂ ਪੈਦਾ ਹੋਇਆ ਉਹ ਥੋੜੇ ਹੀ ਦਿਨਾਂ ਦਾ, ਇਹਨੇ ਥੋੜੇ ਦਿਨਾਂ ਦੇ ਵਿੱਚ ਹੀ ਅਗਰ ਕਿਸੇ ਨੇ ਆਪਣਾ ਵਕਤ ਨਾ ਪੁੰਜਿਆ ਤੇ ਫਿਰ ਵਕਤ ਨੇ ਉਸ ਦੀ ਕਦਰ ਕੋਈ ਨਹੀਂ ਉਹ ਕਰਨੀ। ਲੂਕਾ ਦੀ ਅੰਜੀਲ ਉਸਦਾ 21 ਬਾਬ, ਅੱਜ ਜ਼ਰਾ ਆਪਣੇ ਗਲੇ ਅਲ ਵੇਖ ਲਈਏ। ਫੰਦਾ ਤਿਆਰ ਹੈ, ਅਗਰ ਕਿਸੇ ਨੇ ਫੰਦੇ ਤੋਂ ਬਚਣਾ ਹੈ ਤੇ ਫਿਰ ਪਹਿਲਾ ਕਰੰਥੀਓ 15 ਬਾਬ 58 ਚ ਲਿਖਿਆ ਹੈ ਕਿ ਸਾਬਤ ਕਦਮ ਹੋ ਜੋ, ਕਾਇਮ ਹੋ ਜੋ। ਰੱਬ ਦੇ ਕੰਮ ਵਿੱਚ ਰਸੂਲ ਕਹਿੰਦਾ ਹਮੇਸ਼ਾ ਫਜ਼ਾਇਸ਼ ਕਰੋ, ਆਪਣੇ ਕੰਮ 'ਚ ਨਹੀਂ, ਆਪਣੇ ਕੰਮ ਨਾ ਵਧਾਈਏ, ਰੱਬ ਦੇ ਕੰਮ ਵਿੱਚ ਹਮੇਸ਼ਾ ਅਫਜ਼ਾਇਸ਼ ਕਰੋ। ਇਹ ਜਾਣਦੇ ਹੋ ਕਿ ਜਿਹੜੀ ਮਿਹਨਤ ਤੁਸੀਂ ਰੱਬ ਦੇ ਕੰਮ ਦੇ ਵਿੱਚ ਕਰਨੀ ਹੈ ਉਹਦਾ ਫਾਇਦਾ ਤੁਹਾਨੂੰ ਮਿਲ ਜਾਵੇਗਾ। ਤੇ ਲੂਕਾ ਦੀ ਅੰਜੀਲ 21 ਬਾਬ 34 ਚ ਲਿਖਿਆ, ਖਬਰਦਾਰ ਰਹੋ। ਬਈ ਆਵਾਜ਼ ਖਬਰਦਾਰ ਹੈ, ਹੁਸ਼ਿਆਰ ਹੋ ਜਾਈਏ। ਤੁਹਾਡੇ ਦਿਲ ਖਮਾਰ ਉੱਚਾਪਨ ਵੱਡੇਪਨ ਚ ਨਾ ਜ਼ਿੰਦਗੀ ਗੁਜ਼ਾਰਦੇ ਹੋ, ਨਸ਼ਾਬਾਜ਼ੀ ਨਸ਼ੇ ਦੇ ਵਿੱਚ ਨਾ ਜ਼ਿੰਦਗੀ ਗੁਜ਼ਾਰਦੇ ਹੋ। ਤੇ ਲਿਖਿਆ, ਇਸ ਜ਼ਿੰਦਗੀ ਦੀਆਂ ਫਿਕਰਾਂ ਨਾਲ ਸੁਸਤ ਨਾ ਹੋ ਜਾਣ। ਜ਼ਿੰਦਗੀ ਦੀਆਂ ਫਿਕਰਾਂ ਬੰਦੇ ਨੂੰ ਸੁਸਤ ਕਰ ਦਿੰਦੀਆਂ। ਲਿਖਿਆ ਹੈ ਅਮਸਾਲ ਦੀ ਕਿਤਾਬ 'ਚ ਕਿ ਫਿਕਰਮੰਦੀ ਨਾਲ ਦਿਲ ਦਬ ਜਾਂਦਾ। ਦਿਲ ਤੇ ਲੋਡ ਪਿਆ ਹੋਇਆ, ਕੰਮਾਂ ਦੀਆਂ ਫਿਕਰਾਂ ਲੱਗੀਆਂ ਹੋਈਆਂ। ਤੇ ਲਿਖਿਆ, ਫਿਰ ਉਹ ਦਿਨ ਤੁਹਾਡੇ ਉੱਤੇ ਫੰਦੇ ਦੀ ਤਰ੍ਹਾਂ ਨਾਗਹਾਨਾ ਆ ਪਵੇ। ਹਾਂ, ਮੈਂ ਜੀ ਤੇਰੀ ਭੇਡ, ਮੈਂ ਤੇਰੀ ਭੇਡ। ਉਹ ਕੋ ਬੱਚਾ ਦਿੱਤਾ, ਨਹੀਂ ਜੀ ਨਹੀਂ, ਬੱਚਾ ਤੇ ਕੋਈ ਵੀ ਨਹੀਂ। ਉੱਦਾਂ ਬੱਚੇ ਬਥੇਰੇ ਆ, ਉਹਨਾਂ ਨੂੰ ਵੀ ਮੁਜਰਮ ਹੀ ਬਣਾਇਆ, ਉਹਨਾਂ ਤੇ ਵੀ ਕਲਾਮ ਨੂੰ ਰੱਦ ਕੀਤਾ, ਬੱਚਿਆਂ ਨੂੰ ਬਪਤਿਸਮੇ ਦਵਾਏ, ਮੁਜਰਮ ਬਣਾਤਾ। ਖੁਦਾ ਕਹੇਗਾ ਯਸਾਇਆ 48 ਬਾਬ 4 ਚ ਜ਼ਿੱਦੀ ਰਿਹਾ ਨਾ, ਤੇ ਨਹੀਂ ਪਤਾ ਤੇਰੀ ਗਰਦਨ ਦੇ ਵਿੱਚ ਲੋਹੇ ਦਾ ਪੱਠਾ ਇਬਲੀਸ ਨੇ ਦੇ ਦਿੱਤਾ ਸੀ, ਝੁਕੀ ਨਾ, ਕਲਾਮ ਨੂੰ ਨਾ ਮੰਨੀ, ਮਜ਼ਾਕਾ ਚੜਾਵੀ। ਜ਼ਿੱਦ ਵਿੱਚ ਅਸੀਂ ਆਪਣੇ ਆਪ ਨੂੰ, ਆਪਣੀਆਂ ਨਸਲਾਂ ਨੂੰ ਤਬਾਹ ਕਰ ਜਾਂਦੇ ਹਾਂ। ਤੇ ਜਦੋਂ ਹੋਸ਼ ਆਉਂਦੀ ਹੈ ਤੇ ਫਿਰ ਤਰਲੇ ਨਿਕਲਦੇ ਨੇ। ਲੂਕਾ 16 ਬਾਬ 19 ਤੋਂ 28 ਤੱਕ ਪੜ੍ਹੋ, ਜਿਸ ਵੇਲੇ ਆਪ ਅੱਗ ਦੇ ਵਿੱਚ ਸੜਨ ਡਿਆ ਅਮੀਰ ਆਦਮੀ,
ਤੇ ਬੜੇ ਤਰਲੇ ਮਾਰੇ ਨੇ ਕਿ ਮੇਰੀ ਜ਼ਬਾਨ ਨੂੰ ਕੋਈ ਤਰ ਕਰ ਦੇ ਲਾਜ਼ਰਾਂ ਕਿ ਉਹਨੇ ਆਖਿਆ ਨਹੀਂ ਤੂੰ ਵਕਤ ਖੋ ਗਿਆ, ਹੁਣ ਵਕਤ ਨੇ ਤੇਰੀ ਕਦਰ ਨਹੀਂ ਕਰਨੀ, ਤੂੰ ਇੱਥੇ ਤੜਪਣਾ ਹੈ। ਤੇ ਫਿਰ ਕਹਿੰਦਾ ਮੇਰੇ 5 ਭਰਾ ਹੋ ਰਹਿ ਗਏ ਨੇ, ਅੱਜ ਵਕਤ ਤੇ ਆਪਣੇ ਖਾਨਦਾਨਾਂ ਨੂੰ ਬਚਾਈਏ, ਆਪਣੇ ਭੈਣਾਂ ਭਰਾਵਾਂ ਨੂੰ ਬਚਾਈਏ, ਹੱਕ ਦਾ ਹੋਕਾ ਦਈਏ, ਕਿਉਂਕਿ ਜ਼ਬੂਰ 119 ਉਹਦੀ 43 ਐ ਚ ਲਿਖਿਆ ਹੈ ਹੱਕ ਗੱਲ ਨੂੰ ਮੇਰੇ ਮੂੰਹ ਤੋਂ ਖੁਦਾ ਤੁਹਾਡਾ ਮੂੰਹ ਇਸਤੇਮਾਲ ਕਰਨਾ ਚਾਹੁੰਦਾ ਹੈ। ਅਸੀਂ ਜੁਰਤ ਨਹੀਂ ਕਰਦੇ, ਬੁਜ਼ਦਲ ਬਣੇ ਹੋਏ ਆ। ਮਕਾਸ਼ਵਾ 21 ਬਾਬ 8 ਚ ਲਿਖਿਆ ਜਿੱਥੇ ਹਰ ਤਰ੍ਹਾਂ ਦਾ ਬੁਰਾ ਬੰਦਾ ਹੋਣਾ, ਖੂਨੀ, ਬੁੱਤਪਰਸ, ਝੂਠਾ, ਹਰ ਤਰ੍ਹਾਂ ਦਾ ਬੁਰਾ ਕੰਮ, ਲੇਕਿਨ ਪਹਿਲੋ ਵਾਰੀ ਬੁਜ਼ਦਲ ਦੀ ਆਉਣੀ ਹੈ ਕਿ ਚੱਲ ਬੁਜ਼ਦਲ ਬੰਦਿਆ ਬਾੜ ਅੱਗ ਚ, ਤੇ ਉਹ ਅੱਗ ਤੇ ਗੰਦਕ ਦੀ ਝੀਲ ਹੈ, ਕਿਉਂਕਿ ਉਹਨੇ ਬੁਜ਼ਦਲੀ ਕੀਤੀ, ਖੁਦਾ ਨੇ ਉਹਨੂੰ ਮੂੰਹ ਦਿੱਤਾ। ਕਿਉਂਕਿ ਜ਼ਬੂਰ 119 ਦੀ 43 ਚ ਲਿਖਿਆ ਹੱਕ ਗੱਲ ਨੂੰ ਮੇਰੇ ਮੂੰਹ ਤੋਂ ਜਦਾ ਨਾ ਹੋਣ ਦੇ, ਮੇਰਾ ਤਮਾਦ ਤੇਰੇ ਕਲਾਮ ਦੇ ਉੱਤੇ ਵਾ। ਉਸਨੇ ਨਜਾਤ ਉਦੋਂ ਪਾਈ ਜਿਸ ਵੇਲੇ ਖੁਦਾ ਨੇ ਉਹਨੂੰ ਬੱਚਾ ਦਿੱਤਾ। ਸਾਡੇ ਵਸੀਲੇ ਰੂਹਾਨੀ ਬੱਚੇ ਪੈਦਾ ਹੋਣਗੇ ਤੇ ਅਸੀਂ ਨਜਾਤ ਪਾਵਾਂਗੇ। ਆਓ ਆਪ ਬਚੀਏ, ਲੋਕਾਂ ਨੂੰ ਬਚਾਈਏ, ਕਿਉਂਕਿ ਪਹਿਲਾ ਪਤਰਸ ਪਹਿਲਾ ਹੀ ਬਾਬ 9 ਚ ਲਿਖਿਆ ਹੈ ਸਾਡੇ ਈਮਾਨ ਦਾ ਮਕਸਦ ਰੂਹਾਂ ਦੀ ਨਜਾਤ ਹੈ। ਯਹੂਦਾ ਦਾ ਖਤ ਇੱਕੋ ਬਾਬ ਹੈ 22 ਤੇ 23 ਚ ਲਿਖਿਆ ਬਾਜ਼ ਲੋਕ ਜਿਹੜੇ ਹਾਲੇ ਵੀ ਸ਼ੱਕ ਵਿੱਚ ਨੇ, ਉਹਨਾਂ ਨਾਲ ਗੱਲ ਕਲੀਅਰ ਕਰੋ, ਹੱਕ ਦੀ ਗੱਲ ਕਰੋ, ਉਹਨਾਂ ਨੂੰ ਕਲਾਮ ਸੁਣਾਓ। ਇਹੋ ਹੀ ਹੈ ਕਿ ਅੱਗ ਵਿੱਚ ਝਪਟ ਕੇ ਉਹਨਾਂ ਨੂੰ ਕੱਢੋ। ਆਓ ਜਾਈਏ, ਲੋਕਾਂ ਨੂੰ ਹੱਕ ਦੀ ਗੱਲ ਸੁਣਾਈਏ, ਲੋਕਾਂ ਨੂੰ ਬਚਾਈਏ। ਇਹ ਵੇਲੇ, ਇਹ ਦਿਹਾੜੇ ਬਾਰ ਨਹੀਂ ਆਉਣੇ, ਕਿਉਂਕਿ ਜਿਸ ਵੇਲੇ ਕਬਰਾਂ 'ਚ ਚਲੇ ਗਏ, ਜ਼ਬੂਰ 6 ਤੇ 5 ਚ ਲਿਖਿਆ ਮਿਲਦਾ ਹੈ ਕਬਰਾਂ 'ਚੋਂ ਆਣ ਕੇ ਕੋਈ ਸ਼ੁਕਰਗੁਜ਼ਾਰੀਆਂ ਨਹੀਂ ਕਰ ਸਕਦਾ, ਆਪਣੇ ਖਾਨਦਾਨਾਂ ਨੂੰ ਨਹੀਂ ਬਚਾ ਸਕਦੇ। ਲੂਕਾ ਪਹਿਲਾ ਬਾਬ ਪਹਿਲੀ ਐ ਚ ਲਿਖਿਆ ਹੁਣ ਬਹੁਤ ਸਾਰੇ ਲੋਕਾਂ ਨੇ ਕਮਰ ਨੂੰ ਕੱਸ ਲਿਆ ਹੈ, ਉਹਨਾਂ ਕਮਰ ਕੱਸਣ ਵਾਲਿਆਂ ਦੇ ਵਿੱਚ ਆਪ ਵੀ ਹੋ ਜਾਈਏ ਕਿ ਜਿਸ ਤਰ੍ਹਾਂ ਤਰਤੀਬਵਾਰ ਕਲਾਮ ਹੈਗਾ ਹੈ ਉਸਨੂੰ ਬਿਆਨ ਕਰਨ ਲਈ ਕਮਰ ਨੂੰ ਕੱਸਿਆ ਹੈ, ਮੈਦਾਨ ਚ ਆਉਣ ਲਈ ਕਮਰ ਨੂੰ ਕੱਸਿਆ ਹੈ, ਹੱਕ ਦੀ ਆਵਾਜ਼ ਬਣਨ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ। ਬੁਜ਼ਦਲ ਨਾ ਬਣੀਏ, ਆ ਬਚੀਏ, ਆਪਣੀਆਂ ਨਸਲਾਂ ਨੂੰ ਇਹਨਾਂ ਝੂਠੀਆਂ ਤਨਜ਼ੀਮਾਂ ਤੋਂ ਬਚਾ ਲਈਏ ਜਿਨ੍ਹਾਂ ਦੇ ਬਾਰੇ ਜ਼ਬੂਰ 74 ਚ ਲਿਖਿਆ ਤੇਰੇ ਮਜਮੇ 'ਚ ਤੇਰੇ ਮੁਖਾਲਫ ਗਰਜਦੇ ਨੇ, ਨਿਸ਼ਾਨ ਲਈ ਉਹਨਾਂ ਆਪਣੇ ਝੰਡੇ, ਆਪਣੀਆਂ ਤਲੀਮਾਂ, ਔਰ ਅਸੀਂ ਇਹਨਾਂ ਦੀਆਂ ਤਲੀਮਾਂ ਨੂੰ ਕਬੂਲ ਕਰਨੇ ਆ, ਝੂਠੀਆਂ ਤਨਜ਼ੀਮਾਂ ਦੀਆਂ ਫੇਰ ਹੀ ਬਪਤਿਸਮਾਂ ਦਿਵਾਉਂਦੇ ਆ। ਜੇਕਰ ਯਿਸੂ ਮਸੀਹ ਦੇ ਝੰਡੇ ਥੱਲੇ ਆਵਾਂਗੇ, ਉਹਦੀ ਤਲੀਮ ਹੈ ਜਿਹੜਾ ਈਮਾਨ ਲਿਆਵੇ ਉਹ ਬਪਤਿਸਮਾ ਲਏ, ਤੇ ਵੇਲਾ ਹੈ, ਵੇਲੇ ਨੂੰ ਗਵਾਈਏ ਨਾ, ਨਜਾਤ ਪਾਈਏ, ਤੋਬਾ ਕਰਕੇ ਬਪਤਿਸਮਾ ਲਈਏ, ਚੰਗੇ ਰਹਿ ਜਾਣਗੇ। ਕਿਉਂਕਿ ਗਲਤੀ 3 ਬਾਬ 26-27 ਨੂੰ ਪੜ੍ਹ ਲਓ, ਲਿਖਿਆ ਤੁਸੀਂ ਜਿੰਨਿਆਂ ਨੇ ਈਮਾਨ ਲਿਆ ਕੇ ਮਸੀਹ ਯਸੂ ਦੇ ਵਿੱਚ ਬਪਤਿਸਮਾ ਲਿਆ, ਈਮਾਨ ਲਿਆ ਕੇ, ਤੇ ਫਿਰ ਤੁਸੀਂ ਮਸੀਹ ਨੂੰ ਪਹਿਨ ਲਿਆ। ਅੱਜ ਵੇਲਾ ਹੈ ਮਸੀਹ ਨੂੰ ਪਹਿਨ ਲਈਏ। ਦਾਊਦ ਨੂੰ ਜਿਸ ਵੇਲੇ ਸਾਊਲ ਨੇ ਲਿਬਾਸ ਪਹਿਨਾਇਆ ਨਾ, ਤੋ ਨਹੀਂ ਚੱਲਿਆ। ਦੂਸਰਿਆਂ ਦਾ ਲਿਬਾਸ ਤੁਹਾਡੇ ਕੰਮ ਨਹੀਂ ਆਉਣਾ, ਮਸੀਹ ਨੂੰ ਪਹਿਨ ਲਈਏ। ਉਹਦਾ ਨਾਂ ਲੈ ਕੇ ਦੁਸ਼ਮਣ ਦੇ ਨਾਲ, ਅਬਲੀਸ ਨਾਲ ਜੰਗ ਕਰੀਏ, ਖੁਦਾ ਫਤਹ ਬਖਸ਼ੇਗਾ, ਆਪਣੇ ਸਿਰਾਂ 'ਚ ਕਾਵਾਂਗੇ। ਖੁਦਾਮ ਤੇਰਾ ਖਾਦਮ ਹੁੰਦਿਆਂ ਜਿਹੜਾ ਕਲਾਮ ਤੂੰ ਮੈਨੂੰ ਦਿੱਤਾ, ਉਸ ਕਲਾਮ ਨੂੰ ਮੈਂ ਪੂਰੀ ਦਿਆਨਦਾਰੀ ਨਾਲ ਤੇਰੇ ਲੋਕਾਂ ਤੱਕ ਪਹੁੰਚਾ ਦਿੱਤਾ। ਇਸ ਈਮਾਨ ਨਾਲ ਪਹੁੰਚਾਇਆ ਕਿ ਤੇਰਾ ਕਲਾਮ ਬੰਦ ਜ਼ੇਨਾਂ ਨੂੰ ਖੋਲਦਾ। ਜਦੋਂ ਜ਼ੇਨ ਖੁੱਲਦੇ ਨੇ ਫਿਰ ਲੋਕ ਕਿਤਾਬ ਮੁਕੱਦਸ ਦੀਆਂ ਗੱਲਾਂ ਨੂੰ ਸਮਝਦੇ ਨੇ, ਜਿਹੜੇ ਸਮਝਦੇ ਨੇ ਉਹ ਦੂਸਰਿਆਂ ਨੂੰ ਦੱਸਣਾ ਸ਼ੁਰੂ ਕਰ ਦਿੰਦੇ ਨੇ।
ਉਹਨਾਂ ਦਾ ਸਿੰਘ ਉੱਚਾ ਹੁੰਦਾ ਹੈ, ਉਹ ਖੁਦ ਨਜਾਤ ਪਾਉਂਦੇ ਨੇ, ਉਹਨਾਂ ਦੇ ਵਸੀਲੇ ਫਿਰ ਲੋਕ ਨਜਾਤ ਪਾਉਂਦੇ ਨੇ, ਕਿਉਂਕਿ ਉਹ ਆਪਣੀ ਤੇ ਆਪਣੀ ਤਾਲੀਮ ਦੀ ਖਬਰਦਾਰੀ ਕਰਦੇ ਨੇ ਔਰ ਉਹਦੇ ਤੇ ਫਿਰ ਕਾਇਮ ਹੋ ਜਾਂਦੇ ਨੇ। ਤੇ ਸਾਡੀ ਤਾਲੀਮ ਹੈ ਅੰਜੀਲ, ਅਸੀਂ ਇਹਨੂੰ ਰੱਦ ਨਾ ਕਰੀਏ, ਬਲਕਿ ਇਸ ਨੂੰ ਦਿਲ 'ਚ ਜਗ੍ਹਾ ਦਈਏ, ਆਪ ਬਚੀਏ, ਲੋਕਾਂ ਨੂੰ ਬਚਾਈਏ, ਆਪਣੇ ਖਾਨਦਾਨਾਂ ਨੂੰ ਬਚਾਈਏ। ਅੰਜੀਲੀ ਮਨਾਤ ਬਣੀਏ, ਬੇ ਔਲਾਦ ਜੋੜੇ ਔਲਾਦ ਜੈਸੀ ਬਰਕਤ ਦੇ ਨਾਲ ਨਵਾਜ਼ੇ ਜਾਣ। ਹਰ ਤਰ੍ਹਾਂ ਦੀ ਕਾਰੋਬਾਰੀ ਰੁਕਾਵਟਾਂ, ਨੌਕਰੀ ਦੀ ਪਰੇਸ਼ਾਨੀ, ਘਰਾਂ ਦੇ ਵਿੱਚ ਲੜਾਈ, ਦੰਗੇ, ਫਸਾਦ ਦੀਆਂ ਅਲਾਮਤਾਂ, ਤਸੀਰਾਂ ਘਰਾਂ 'ਚੋਂ ਦੂਰ ਹੋ ਜਾਣ। ਘਰਾਂ 'ਚ ਨਜਾਤ ਦੀ ਰਾਗਨੀ ਹੋਵੇ, ਘਰਾਂ 'ਚ ਇਬਾਦਤ ਹੋਏ ਤੇ ਖੁਦਾਵੰਦ ਤੇਰੀ ਇਬਾਦਤ ਹੋਵੇ, ਔਰ ਜਿਹੜੇ ਤੇਰੀ ਇਬਾਦਤ ਕਰਦੇ ਨੇ ਉਹਨਾਂ ਦੀ ਰੋਟੀ ਪਾਣੀ ਤੇ ਬਰਕਤ ਆਉਂਦੀ। ਬਿਮਾਰੀਆਂ ਉਹਨਾਂ ਦੇ ਘਰਾਂ 'ਚੋਂ ਭੱਜਦੀਆਂ ਨੇ। ਬਿਮਾਰ ਲੋਕ ਚੰਗਿਆਈ ਪਾਉਣ, ਬਦਰੂ ਗ੍ਰਿਫਤਾਰ ਲੋਕ ਆਜ਼ਾਦੀ ਪਾਉਣ, ਤੇ ਬਦਰੂਆਂ ਤੋਂ ਵਿਗੜੀਆਂ ਝੂਠੀਆਂ ਤਨਜ਼ੀਮਾਂ, ਝੂਠੇ ਅੰਬੋ ਗਰੋ ਡਿਨਾਮੀਨੇਸ਼ਨਾਂ, ਟੋਲੇ ਬਦਰੂਆਂ ਤੋਂ ਵਿਗੜੇ ਜ਼ਿੱਦੀ ਤਸੀਰਾਂ ਯਸੂ ਨਾਂ ਤੋਂ ਇਹਨਾਂ ਦੇ ਹੱਥੋਂ ਭੇਡਾਂ ਆਜ਼ਾਦ ਹੋਣ, ਤੇ ਫਿਰ ਭੇਡਾਂ ਹੱਕ ਦੀ ਬੋਲੀ ਬੋਲਣ, ਯਾਨੀ ਅੰਜੀਲ ਸੁਣਾਉਣ, ਆਪ ਬਚਨ ਲੋਕਾਂ ਨੂੰ ਬਚਾਉਣ। ਇਹ ਸਭ ਕੁਝ ਮੰਗਣਾ ਹੈ ਯਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਸੋ ਭਲਿਓ, ਕਲਾਮ ਵਿੱਚ ਮੀਡੀਆ ਦਾ ਦੌਰ ਹੈ ਤੇ ਯੂੰ ਹੀ ਕੋਈ ਕਲਾਮ ਨੂੰ ਸ਼ੇਅਰ ਕਰਦਾ ਹੈ, ਕਲਾਮ ਦੇ ਬੀਜ ਦਾ ਛੱਟਾ ਪੂਰੀ ਦੁਨੀਆ 'ਚ ਦੇ ਦਿੰਦਾ ਹੈ। ਤੇ ਆਓ ਅੰਜੀਲੀ ਮਨਾਤ ਬਣੀਏ, ਕਲਾਮ ਨੂੰ ਸ਼ੇਅਰ ਕਰੀਏ। ਇਸੇ ਤਰ੍ਹਾਂ ਮੈਂ ਅੱਗੇ ਵੀ ਦੱਸ ਚੁੱਕਿਆ, ਮੇਰੇ ਚੈਨਲ ਦਾ ਨਾਂ ਹੈ YouTube ਤੇ ਰੱਬ ਦੀਆਂ ਗੱਲਾਂ ਬੜੀਆਂ ਚੰਗੀਆਂ ਨੇ, ਤੇ ਜੇਕਰ ਚੰਗੀ ਹੈ ਇਹਨਾਂ ਨੂੰ ਲਾਈਕ ਕਰੀਏ, ਬੈਲ ਦਾ ਬਟਨ ਦਬਾਈਏ, ਤਾਂ ਕਿ ਫਿਰ ਬਰ ਵਕਤ ਖੁਦਾ ਦਾ ਕਲਾਮ ਤੁਹਾਡੇ ਕੋਲ ਪਹੁੰਚਦਾ ਰਹੇ। ਤੇ ਕੋਸ਼ਿਸ਼ ਕਰਿਓ ਇਹ ਚੈਨਲ ਨੂੰ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਵੀ ਸਾਂਝਾ ਕਰਿਓ, ਤਾਂ ਕਿ ਉਹ ਵੀ ਕਲਾਮ ਨੂੰ ਸੁਣਨ ਤੇ ਬਰਕਤ ਪਾਉਣ। ਖੁਦਾ ਤੈਨੂੰ ਬਰਕਤ ਹੈ।